VFS ਦੇ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੇ ਦਫ਼ਤਰ ਚੱਲ ਰਹੇ ਨੇ, ਕਿਹੜੀਆਂ ਉਹ ਸਰਕਾਰਾਂ ਨੇ, ਕਿਹੜੀਆਂ ਉਹ ਕੰਟਰੀਜ਼ ਨੇ ਜਿਨ੍ਹਾਂ ਦੇ ਵੀਜ਼ਾਸ ਦੀ ਪ੍ਰੋਸੈਸਿੰਗ ਕੈਨੇਡਾ ਦੇ ਵਿੱਚੋਂ VFS ਰਾਹੀਂ ਉਹ ਸਾਰਾ ਹੈਂਡਲ ਕੀਤਾ ਜਾਂਦਾ ਕੰਮ? ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਜਿਨ੍ਹਾਂ ਨੇ ਇੰਡੀਆ ਦਾ ਵੀਜ਼ਾ ਲੈਣਾ ਹੁੰਦਾ, ਫਰੋਮ ਆਵਰ ਲਿਸਨਰਸ਼ਿਪ ਬੇਸ, ਉਹਨਾਂ ਨੂੰ ਪਤਾ ਵੀ ਇੰਡੀਆ ਦਾ ਵੀਜ਼ਾ ਜੇ ਲੈਣਾ ਤਾਂ VFS ਰਾਹੀਂ ਤੁਸੀਂ ਆਪਣੇ ਡਾਕੂਮੈਂਟੇਸ਼ਨ ਸਬਮਿਟ ਕਰਦੇ ਹੋ। ਵਾਟ ਅਬਾਊਟ ਅਦਰ ਕੰਟਰੀਜ਼ ਜਿਨ੍ਹਾਂ ਦਾ ਵੀਜ਼ਾ ਕੈਨੇਡਾ ਤੋਂ ਹਾਸਲ ਕਰਨ ਲਈ VFS ਦੇ ਥਰੂ ਜਾਣਾ ਹੁੰਦਾ? ਬਿਲਕੁਲ, ਥੈਂਕ ਯੂ ਵਿਜੇ ਜੀ। ਤੇ ਕੈਨੇਡਾ ਵਿੱਚ ਅਗਰ ਤੁਸੀਂ ਦੇਖੋਗੇ, ਉਸ ਤੋਂ ਪਹਿਲੇ ਮੈਂ ਥੋੜਾ ਜਿਹਾ ਕੰਟੈਕਸਟ ਦੇਵਾਂ ਤੁਹਾਨੂੰ VFS ਦਾ ਜੀ, ਤੇ ਫਿਰ ਇਸ ਕੁਐਸਚਨ ਤੇ ਵੀ ਮੈਂ ਆਵਾਂਗਾ ਕੈਨੇਡਾ ਵਿੱਚ ਕਿਹੜੀ ਕੰਟਰੀਆਂ ਦਾ ਵੀਜ਼ਾ ਤੁਸੀਂ VFS ਦੇ ਥਰੂ ਲੈ ਸਕਦੇ ਹੋ ਜੀ। VFS ਜਿਵੇਂ ਕਿ ਤੁਸੀਂ ਜਾਣਦੇ ਹੋ ਤੇ ਕਾਫੀ ਲਿਸਨਰਸ ਵੀ ਜਾਣਦੇ ਹੋਣਗੇ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜੋ ਟੈਕਨੋਲੋਜੀ ਸਪੈਸ਼ਲਿਸਟ ਹੈ ਤੇ ਗਵਰਨਮੈਂਟਸ ਤੇ ਐਮਬੈਸੀਜ਼ ਤੇ ਕਾਉਂਸਲੇਟਸ ਨੂੰ ਡਿਫਰੈਂਟ ਕਾਈਂਡ ਆਫ ਸੋਲੂਸ਼ਨਸ ਪ੍ਰੋਵਾਈਡ ਕਰਦੀ ਹੈ ਜੀ। 2001 ਦੇ ਵਿੱਚ ਕੰਪਨੀ ਬੋਰਨ ਹੋਈ ਸੀ ਇੰਡੀਆ ਵਿੱਚ, ਤੇ ਸਟਾਰਟਿੰਗ ਜੋ ਇਸ ਦੀ ਹੋਈ ਸੀ ਸ਼ੁਰੂਆਤ ਉਹ US ਕਾਉਂਸਲੇਟ ਨਾਲ ਮੁੰਬਈ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਐਕਸਪੈਂਡ ਹੁੰਦਾ ਰਿਹਾ ਤੇ ਹੁਣ ਅੱਜ ਦੀ ਡੇਟ ਵਿੱਚ ਅਸੀਂ 68 ਕੰਟਰੀਆਂ ਦੇ ਨਾਲ ਕੰਮ ਕਰਨੇ ਆ। 140 ਕੰਟਰੀਜ਼ ਸਾਡੇ ਆਫਿਸ ਹੈ ਤੇ 3500 ਤੋਂ ਜ਼ਿਆਦਾ ਵੀਜ਼ਾ ਐਪਲੀਕੇਸ਼ਨ ਸੈਂਟਰ ਹੈ ਜਿੱਥੇ ਜਾ ਕੇ ਲੋਕੀ ਆਪਣਾ ਅਲੱਗ-ਅਲੱਗ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਜੀ। ਕੈਨੇਡਾ ਦੇ ਵਿੱਚ ਸਾਡਾ ਜੋ ਪੂਰਾ ਸਟਰਕਚਰ ਹੈ, ਅਸੀਂ ਟੋਰਾਂਟੋ ਵਿੱਚ ਸਾਡੇ ਆਫਿਸ ਹੈ, ਓਟਾਵਾ, ਵੈਂਕੂਵਰ, ਮੌਂਟਰੀਅਲ, ਹੈਲੀਫੈਕਸ, ਸੈਂਟ ਜੌਨ, ਇਹ ਸਿਟੀਜ਼ ਹੈ ਜਿੱਥੇ ਸਾਡੀ ਲੋਕੇਸ਼ਨ, ਜਿੱਥੇ ਸਾਡਾ ਫਿਜ਼ੀਕਲੀ ਆਫਿਸ ਪ੍ਰੈਜ਼ੈਂਟ ਹੈ ਜੀ। ਜਿਹੜੀ ਵੀ ਲੋਕੀ ਇੱਥੋਂ UK ਜਾਣਾ ਚਾਹੁੰਦੇ ਆ, ਫੋਰ ਐਗਜ਼ਾਮਪਲ ਯੂਨਾਈਟਿਡ ਕਿੰਗਡਮ, ਸੋ ਲੰਡਨ ਦਾ ਜੋ ਟ੍ਰਿਪ ਹੈ ਤੁਹਾਡਾ, ਉਸ ਤੋਂ ਬਾਅਦ ਸ਼ੈਂਗਨ ਮੈਂਬਰ ਸਟੇਟਸ ਹੈ ਜਿਹੜੇ ਯੂਰੋਪੀਅਨ ਕੰਟਰੀ ਜਾਣਾ ਚਾਹੁੰਦੇ ਆ ਲੋਕੀ, ਅਫਰੀਕਾ ਦੀ ਕੁਝ ਕੰਟਰੀਜ਼ ਹੈ ਜਿੱਥੇ ਲੋਕੀ ਜਾਣਾ ਚਾਹੁੰਦੇ ਆ, ਇਹ ਸਾਰੀ ਸਰਵਿਸਿਜ਼ VFS ਦੇ ਸੈਂਟਰਸ ਤੋਂ ਲੈ ਜਾ ਸਕਦੀ ਹੈ ਕੈਨੇਡਾ ਦੇ ਵਿੱਚ। ਇਨ 6 ਲੋਕੇਸ਼ਨ ਦੇ ਵਿੱਚ ਜਿੱਥੇ ਮੈਂ ਤੁਹਾਨੂੰ ਹੁਣੇ ਦੱਸਿਆ, ਓਟਾਵਾ, ਟੋਰਾਂਟੋ, ਵੈਂਕੂਵਰ, ਮੌਂਟਰੀਅਲ, ਹੈਲੀਫੈਕਸ ਤੇ ਸੈਂਟ ਜੌਨ। ਸੋ ਕੋਈ ਟੈਂਪਰੇਰੀ ਐਨਰੋਲਮੈਂਟ ਲੋਕੇਸ਼ਨਸ ਵੀ ਹੈਗੀਆਂ ਨੇ ਜੀ, 6 ਤੇ ਪਰਮਾਨੈਂਟ ਹੋ ਗਈਆਂ। ਸੋ ਕੀ ਟਾਈਮ ਟੂ ਟਾਈਮ ਕੋਈ ਟੈਂਪਰੇਰੀ ਲੋਕੇਸ਼ਨਸ ਵੀ ਐਕਟੀਵੇਟ ਕੀਤੀਆਂ ਜਾਂਦੀਆਂ ਨੇ ਡਿਪੈਂਡਿੰਗ ਔਨ ਦ ਡਿਮਾਂਡ? ਬਿਲਕੁਲ, ਇਹ ਤਾਂ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਸੇ ਟੈਲ ਜੋ ਹੈ, ਟੈਲ ਨੂੰ ਜਿਵੇਂ ਅਸੀਂ ਟੈਂਪਰੇਰੀ ਐਨਰੋਲਮੈਂਟ ਲੋਕੇਸ਼ਨ ਕਹਿੰਦੇ ਹੈਗੇ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸੀਜ਼ਨਲ ਹੋ ਜਾਂਦਾ ਹੈ। ਜਿਵੇਂ ਸਮਰ ਵਿੱਚ ਤੁਹਾਡਾ ਸੀਜ਼ਨ ਟੂਰਿਸਟ ਦਾ ਜ਼ਿਆਦਾ ਹੋ ਗਿਆ, ਵਿੰਟਰ ਵਿੱਚ ਤੁਹਾਡਾ ਸੀਜ਼ਨ ਟੂਰਿਸਟ ਦਾ ਜ਼ਿਆਦਾ ਹੋ ਗਿਆ, ਅਗਸਤ ਸੈਪਟੈਂਬਰ ਵਿੱਚ ਸਟੂਡੈਂਟ ਵੀਜ਼ਾ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਹੈ। ਤਾਂ ਉਸ ਟਾਈਮ ਤੇ ਰਿਸਪੈਕਟਿਵ ਗਵਰਨਮੈਂਟਸ ਦੇ ਨਾਲ ਮਿਲ ਕੇ ਤੇ ਕਮਿਊਨਿਟੀ ਦੇ ਨਾਲ ਮਿਲ ਕੇ ਅਸੀਂ ਉਸ ਚੀਜ਼ ਨੂੰ ਆਈਡੈਂਟੀਫਾਈ ਕਰਨੇ ਆ ਕਿ ਕਿਹੜੀ ਐਸੀ ਲੋਕੇਸ਼ਨ ਹੈ ਜਿੱਥੇ ਅਸੀਂ ਫਿਜ਼ੀਕਲੀ ਸ਼ਾਇਦ ਪ੍ਰੈਜ਼ੈਂਟ ਨਹੀਂ ਹੈ, ਕਿਉਂਕਿ ਉੱਥੇ ਪੂਰੇ ਸਾਲ ਦਾ ਵੋਲਿਊਮ ਨਹੀਂ ਹੋਏਗਾ, ਪਰ ਸੀਜ਼ਨਲ ਵੋਲਿਊਮ ਹੋ ਸਕਦਾ ਹੈ। ਤੇ ਟੂ ਇਨਸ਼ੋਰ ਕਰਨ ਵਾਸਤੇ ਕਿ ਲੋਕੀ ਨੂੰ ਉੱਥੋਂ ਚੱਲ ਕੇ ਦੂਜੀ ਲੋਕੇਸ਼ਨ ਤੇ ਟਰੈਵਲ ਨਾ ਕਰਨਾ ਪਵੇ ਵੀਜ਼ਾ ਵਾਸਤੇ, ਅਸੀਂ ਆਪਣੇ ਉੱਥੇ ਕੈਂਪ ਸੈੱਟ ਕਰਨੇ ਆ ਜਿਹਨੂੰ ਅਸੀਂ ਟੈਂਪਰੇਰੀ ਲੋਕੇਸ਼ਨ ਕਹਿੰਦੇ ਆ। ਉਹ ਫਲੈਕਸੀਬਿਲਿਟੀ ਸਾਡੇ ਵਿੱਚ ਸਿਸਟਮ ਦੇ ਵਿੱਚ ਹੈ, ਉਹ ਚੇਂਜ ਹੁੰਦਾ ਰਹਿੰਦਾ ਹੈ ਹਰ ਸਾਲ। ਅਗਰ ਫੋਰ ਐਗਜ਼ਾਮਪਲ ਕੱਲ ਨੂੰ ਕੋਈ ਸਾਨੂੰ ਦੱਸੇ ਕਿ ਸਰੀ ਦੇ ਵਿੱਚ 100 ਲੋਕੀ ਹੈ ਜਿਹਨੇ ਜਰਮਨੀ ਦਾ ਵੀਜ਼ਾ ਅਪਲਾਈ ਕਰਨਾ ਹੈ ਜਾਂ ਫਰਾਂਸ ਦਾ ਵੀਜ਼ਾ ਅਪਲਾਈ ਕਰਨਾ ਹੈ ਫੋਰ ਐਗਜ਼ਾਮਪਲ, ਤਾਂ ਉਹ ਕੈਂਪਸ ਜੋ ਹੈ ਬੜੇ ਸ਼ਾਰਟ ਨੋਟਿਸ ਤੇ ਵੀ ਸੈਟਅਪ ਅਸੀਂ ਕਰ ਸਕਦੇ ਹਾਂ। ਉਹ ਫਲੈਕਸੀਬਿਲਿਟੀ ਉਹ ਪ੍ਰੋਸੈਸ ਦੇ ਵਿੱਚ ਹੈਗੀ ਸਾਡੇ। ਸੋ ਜਿਹੜਾ ਉਹ ਡੇਟਾ ਸੈੱਟ ਹੈਗਾ, ਜਿਹੜਾ ਇਨਪੁਟ ਹੈ, ਜਿਵੇਂ ਤੁਸੀਂ ਇਹ ਐਗਜ਼ਾਮਪਲ ਦਿੱਤਾ ਵੀ ਕੋਈ ਕਹੇ ਵੀ ਜੇ ਸਰੀ ਤੋਂ ਕਿਸੇ ਨੇ ਜਰਮਨੀ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਬੜੀ ਵੱਡੀ ਗਿਣਤੀ ਹੋ ਗਈ ਐਗਜ਼ਾਮਪਲ, ਉਹ ਇਨਪੁਟ ਕਿੱਥੋਂ ਆਉਂਦਾ ਜੀ? ਵੇਅਰ ਡੂ ਯੂ ਫਾਈਂਡ ਦੈਟ? ਉਹ ਗਰਾਊਂਡ ਡੇਟਾ ਕਿੱਥੋਂ ਆਉਂਦਾ? ਹਾਂਜੀ ਬਿਲਕੁਲ, ਦੋ ਜਗ੍ਹਾ ਤੋਂ ਆਉਂਦੇ ਆ ਉਹ ਇਨਪੁਟ। ਇੱਕ ਤਾਂ ਇੱਕ ਗਰੁੱਪ ਹੁੰਦਾ ਪੂਰਾ, ਉਹ ਲੋਕੀ ਐਮਬੈਸੀ ਨੂੰ ਅਪਰੋਚ ਕਰਦਾ ਹੈ ਕਿ ਦੇਖੋ ਜੀ ਸਾਡੇ ਕੋਲ 100 ਐਪਲੀਕੈਂਟਸ ਹੈ ਜਿਨ੍ਹਾਂ ਕੋਈ ਫੋਰ ਐਗਜ਼ਾਮਪਲ ਵਰਕਸ਼ਾਪ 'ਤੇ ਜਾਣਾ ਹੈ ਜਾਂ ਬਿਜ਼ਨਸ ਕਾਨਫਰੰਸ ਹੋ ਸਕਦੀ ਹੈ ਜਾਂ ਕੋਈ ਸਟੂਡੈਂਟ ਗਰੁੱਪ ਹੋ ਸਕਦਾ ਹੈ, ਤੇ ਉਹ ਐਮਬੈਸੀ ਨੂੰ ਕਹਿੰਦੇ ਅਸੀਂ 100 ਜਾਂ 50 ਲੋਕ ਹੈ ਜੇ ਅਸੀਂ ਇੱਕ ਸਾਥ ਅਸੀਂ ਵੀਜ਼ਾ ਅਪਲਾਈ ਕਰਨਾ, ਤਾਂ ਉਹ ਇਨਪੁਟ ਸਾਨੂੰ ਉੱਥੋਂ ਵੀ ਆਉਂਦਾ ਹੈ। ਕਈ ਵਾਰੀ ਉਹ ਇਨਪੁਟ ਸਾਡੇ ਰਿਸਪੈਕਟਿਵ ਸੈਂਟਰ ਤੋਂ ਵੀ ਆਉਂਦਾ। ਫੋਰ ਐਗਜ਼ਾਮਪਲ ਵੈਂਕੂਵਰ ਜਿਵੇਂ ਸਾਡਾ ਸੈਂਟਰ ਹੈ, ਉੱਥੇ ਰਿਪਰੈਜ਼ੈਂਟੇਟਿਵ ਜਾ ਕੇ ਕਹਿੰਦਾ ਜੀ ਸਾਡੇ 50 ਲੋਕ ਹੈ ਜਾਂ 70 ਲੋਕ ਹੈ, ਅਸੀਂ ਕਦੋਂ ਆ ਸਕਦੇ ਹਾਂ ਇੱਕ ਸਾਰ ਸਾਰੇ ਜਣੇ, ਤੇ ਅਸੀਂ ਉਹਨਾਂ ਨੂੰ ਪ੍ਰੋਐਕਟਿਵਲੀ ਕਹਿ ਦਿੰਦੇ ਹਾਂ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਇਹ ਕੈਂਪ ਤੁਹਾਡੇ ਲੋਕੇਸ਼ਨ ਤੇ ਹੀ ਸੈੱਟ ਕਰ ਦਿਆਂਗੇ। ਤੇ ਅਸੀਂ ਵੀਕਐਂਡ ਤੇ ਵੀ ਸੈੱਟ ਕਰ ਦਿੰਦੇ ਹਾਂ, ਕੁਝ ਕੇਸਿਸ ਦੇ ਸੈਟਰਡੇ ਜਾਂ ਸੰਡੇ ਵੀ ਅਸੀਂ ਕੈਂਪ ਸੈੱਟ ਕੀਤੇ हैं ਤਾਂ ਕਿ ਲੋਕਾਂ ਨੂੰ ਛੁੱਟੀ ਨਾ ਲੈਣੀ ਪਵੇ ਆਪਣੇ ਕੰਮ ਤੋਂ, ਜਾਂ ਸਟੂਡੈਂਟਸ ਹੈ ਫੋਰ ਐਗਜ਼ਾਮਪਲ ਜੋ ਸ਼ਿਫਟਾਂ ਹਨ ਤੇ ਉਹਨਾਂ ਨੂੰ ਉਹ ਛੋੜਨੀ ਨਾ ਪਵਣ ਆਪਣਾ ਇੱਕ ਵੀਜ਼ਾ ਅਪਲਾਈ ਕਰਨ ਵਾਸਤੇ। ਜੀ ਅੱਛਾ, ਹੁਣ ਬਿਜ਼ਨਸ ਟਰੈਵਲ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਜੀ। ਜਿਵੇਂ ਹੁਣ ਵਿਜ਼ਿਟਰਸ, ਜਿਵੇਂ ਤੁਸੀਂ ਕਿਹਾ ਵੀ ਸੀਜ਼ਨਲ ਟਰੈਵਲ ਉਹ ਵੀ ਵਾਧਾ ਹੁੰਦਾ ਰਹਿੰਦਾ ਵੀ ਜਦੋਂ ਵਿਜ਼ਿਟਰਸ ਦੀ ਗਿਣਤੀ ਵੱਧਦੀ ਆ। ਜੇ ਸਪੈਸੀਫਿਕਲੀ ਬਿਜ਼ਨਸ ਟਰੈਵਲ ਦੀ ਗੱਲ ਕਰੀਏ ਜੀ, ਹੁਣ ਵਾਟ ਸੌਰਟ ਆਫ ਵੋਲਿਊਮਸ ਆਰ ਯੂ ਸੀਇੰਗ ਇਨਫਲੋ ਤੇ ਆਊਟਫਲੋ ਕੈਨੇਡਾ ਤੋਂ ਸਪੈਸੀਫਿਕਲੀ? ਕਾਫੀ, ਇਹ ਤਾਂ ਹੁਣ ਤੁਸੀਂ ਦੇਖੋ ਅਗਰ ਮੈਂ ਕੰਪੇਅਰ ਕਰਾਂ ਪ੍ਰੀ ਕੋਵਿਡ ਈਰਾ ਨਾਲ, ਤੇ ਪ੍ਰੀ ਕੋਵਿਡ ਈਰਾ ਵੀ ਹੈ 2019 ਦਾ ਜੋ ਈਅਰ ਸੀ ਜੋ ਕੋਵਿਡ ਫਰੀ ਸੀ, ਉਸ ਦੇ ਨਾਲ ਨਾਰਮਲੀ ਹਰ ਬਿਜ਼ਨਸ ਆਪਣਾ ਬੈਂਚਮਾਰਕ ਕਰਕੇ ਚੱਲ ਰਿਹਾ ਕਿ 2020 ਤਾਂ ਬਿਲਕੁਲ ਹੀ ਟਰੈਵਲ ਬੰਦ ਸੀ, 21 ਪਾਰਸ਼ਲੀ ਓਪਨ ਹੋਇਆ, 22 ਵਿੱਚ ਕਾਫੀ ਓਪਨ ਹੋ ਗਿਆ, ਪਰ ਕੰਡੀਸ਼ਨਸ ਫਿਰ ਵੀ ਸੀ ਕੁਝ ਕੰਟਰੀਜ਼ ਦੀ ਕਿ ਕੋਵਿਡ ਔਰ ਟੈਸਟ ਹੋਣਾ ਚਾਹੀਦਾ ਜਾਂ ਵੈਕਸੀਨ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਰਿਕੁਆਇਰਮੈਂਟ ਸੀ। 23 ਜੋ ਹੈ ਪਹਿਲਾ ਈਅਰ ਹੈ ਜਿਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬਾਰਡਰ ਅਨਕੰਡੀਸ਼ਨਲੀ ਓਪਨ ਹੈ ਤਕਰੀਬਨ ਸਭ ਕੰਟਰੀਆਂ ਦੇ, ਤੇ ਲੋਕੀ ਟਰੈਵਲ ਕਰ ਸਕਦੇ ਹੋ। ਤੇ 2019 ਦਾ ਜੋ ਵੋਲਿਊਮ ਹੈ ਉਸ ਨਾਲ ਅਸੀਂ ਬੈਂਚਮਾਰਕ ਕਰ ਰਹੇ ਹਾਂ। ਤੇ ਮੈਂ VFS ਦੇ ਤੁਹਾਨੂੰ ਦੱਸ ਸਕਦਾ ਫੋਰ ਐਗਜ਼ਾਮਪਲ, ਚਾਹੇ ਉਹ ਕੈਨੇਡਾ ਦੇ ਤੌਰ ਤੇ ਹੋਵੇ ਜਾਂ ਫਿਰ ਗਲੋਬਲ ਲੈਵਲ ਤੇ ਵੀ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਸਕਦਾ ਉਸ ਚੀਜ਼ ਦੀ ਕਿ ਅਸੀਂ 2019 ਦੇ ਵੋਲਿਊਮ ਨੂੰ ਟੱਚ ਕਰ ਰਹੇ ਹਾਂ, ਉਹਨੂੰ ਅਸੀਂ ਐਕਸੀਡ ਕਰ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਜੋ ਟਰੈਵਲ ਹੈ ਉਹ ਕੰਪਲੀਟਲੀ ਇਨ ਦ ਕਾਰਪੋਰੇਟ ਵਰਲਡ ਯੂ ਸੇ ਟਰੈਵਲ ਇਜ਼ ਬੈਕ।
ਤੇ ਲੋਕੀ ਪੂਰਾ ਟਰੈਵਲ ਕਰ ਰਹੇ ਆ, ਰਿਵੈਂਜ ਟਰੈਵਲ ਵੀ ਕਰ ਰਹੇ ਆ, ਜਿੱਥੇ ਕਿ ਲੋਕੀ ਹੁਣ ਜੋ 2 ਸਾਲ ਜਿੰਨਾ ਟਰੈਵਲ ਨਹੀਂ ਕੀਤਾ ਉਸ ਨੂੰ ਉਹ ਕਵਰ ਕਰ ਰਹੇ ਆ ਕਾਫੀ ਕੇਸਿਸ ਵਿੱਚ। ਤੇ ਬਿਜ਼ਨਸ ਟਰੈਵਲ ਨੂੰ ਅਗਰ ਅਸੀਂ ਟੱਚ ਕਰੀਏ ਤਾਂ ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੀ ਹੈ 2020-21 ਸਾਰੀ ਬਿਜ਼ਨਸ ਮੀਟਿੰਗਸ ਟੀਮਸ ਤੇ ਜ਼ੂਮ ਦੇ ਥਰੂ ਹੋ ਰਹੀ ਸੀ, ਕਲਾਇੰਟ ਇੰਟਰੈਕਸ਼ਨ ਵਰਚੁਅਲ ਹੋ ਗਿਆ ਸੀ ਕੰਪਲੀਟਲੀ। ਤੇ ਉਸ ਚੀਜ਼ ਨੂੰ ਹੁਣ ਲੋਕੀ ਥੋੜਾ ਕਵਰ ਅਪ ਕਰਕੇ ਬਿਜ਼ਨਸ ਮੀਟਿੰਗਸ ਨੂੰ ਵਾਪਿਸ ਕਰ ਰਹੇ ਆ, इन पर्सन मीटिंग कर रहे हैं, क्लाइंट मीटिंग्स हो रही है, जो ट्रेनिंग्स वर्कशॉप्स होंदी है कंपनीज दी अब्रॉड वो भी वापस स्टार्ट हो गई है। ਅਸੀਂ ਦੇਖੀਏ ਤਾਂ ਬਿਜ਼ਨਸ ਟਰੈਵਲ ਤੇ ਦੂਜਾ ਟਰੈਵਲ ਵੀ ਟੂਰਿਸਟ ਜਾਂ ਅਲੱਗ ਤਰ੍ਹਾਂ ਦਾ ਟਰੈਵਲ ਸਾਰਾ ਵੋਲਿਊਮ ਬੈਕ ਟੂ 2019 ਜੀ। ਅੱਛਾ ਇੱਕ ਇਹ ਦੱਸਿਓ ਹੁਣ ਕਿਉਂਕਿ VFS ਨੇ ਜਿਹੜਾ ਡਾਕੂਮੈਂਟੇਸ਼ਨ ਦੀ ਪ੍ਰੋਸੈਸਿੰਗ ਹੈ ਉਹਨੂੰ ਸਟਰੀਮਲਾਈਨਿੰਗ ਆ ਉਹ ਕੰਮ ਕਰਨਾ, ਵੀਜ਼ਾ ਤੇ ਇਸ਼ੂ ਕਰਨਾ ਹੈ ਜਿਹੜੀ ਵੀ ਸੰਬੰਧਿਤ ਕੰਟਰੀ ਆ ਉਸ ਦੇ ਕਾਉਂਸਲੇਟ ਨੇ ਜਾਂ ਉਸ ਦੀ ਐਮਬੈਸੀ ਨੇ। ਪਰ ਜਿਹੜਾ ਵੀਜ਼ਾ ਫਰਾਡ ਹੈਗਾ ਜੀ, ਫੇਕ ਡਾਕੂਮੈਂਟੇਸ਼ਨ ਦੀ ਇਸ ਵੇਲੇ ਕਾਫੀ ਸਮੱਸਿਆ ਹੈਗੀ ਆ, ਉਹਨੂੰ ਕੰਬੈਟ ਕਰਨ ਦੇ ਵਾਸਤੇ ਕੀ VFS ਨੂੰ ਵੀ ਭੂਮਿਕਾ ਨਿਭਾਉਣੀ ਪੈਂਦੀ ਹੈ ਜਾਂ ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਰਿਸਪੈਕਟਿਵ ਕੰਟਰੀ ਦੀ ਜਿਹਦਾ ਵੀ ਵੀਜ਼ਾ ਅਪਲਾਈ ਕੀਤਾ ਜਾ ਰਿਹਾ ਉਹਨਾਂ ਦੀ ਐਮਬੈਸੀ ਦੀ ਹੈ? ਇਹ ਤਾਂ ਕੁਐਸਚਨ ਵਿਜੇ ਜੀ ਬਹੁਤ ਰੈਲੇਵੈਂਟ ਕੁਐਸਚਨ ਹੈ ਤੇ ਆਈ ਐਮ ਵੈਰੀ ਗਲੈਡ ਕਿ ਤੁਸੀਂ ਇਸ ਕੁਐਸਚਨ ਨੂੰ ਡਿਸਕਸ਼ਨ ਦੇ ਵਿੱਚ ਲੈ ਕੇ ਆਏ ਹੋ, ਕਿਉਂਕਿ ਅਗਰ ਤੁਸੀਂ ਦੇਖੋਗੇ ਹੁਣ ਆਊਟਸੋਰਸਿੰਗ ਦਾ ਮਾਡਲ ਤੇ ਰਿਸਪੈਕਟਿਵ ਕੰਟਰੀ ਐਮਬੈਸੀ ਹੋ ਗਈ, ਉਹਨੇ VFS ਨੂੰ ਆਊਟਸੋਰਸ ਕੀਤਾ ਤਾਂ VFS ਨੇ 3 ਤਰ੍ਹਾਂ ਨਾਲ ਅਸੀਂ ਲੋਕਾਂ ਨੂੰ ਐਜੂਕੇਟ ਕਰਨਾ ਹੈ। ਬੇਸਿਕਲੀ ਐਜੂਕੇਸ਼ਨਲ ਅਵੇਅਰਨੈਸ ਇਸ਼ੂ ਹੈ, ਲੋਕੀ ਨੂੰ ਇਨਫੋਰਮ ਕਰਨਾ ਕਿ ਠੀਕ ਪ੍ਰੋਸੈਸ ਕੀ ਹੈ ਤੇ ਲੋਕੀ ਨੂੰ ਇਹ ਸਮਝ ਆਉਣਾ ਚਾਹੀਦਾ ਪਹਿਲੇ। ਜਿਵੇਂ ਤੁਸੀਂ ਕਿਹਾ ਬਿਲਕੁਲ ਕਰੈਕਟਲੀ ਤੁਸੀਂ ਕੀਤਾ ਕਿ ਵੀਜ਼ਾ ਜੋ ਇਸ਼ੂਇੰਗ ਡਿਸੀਜਨ ਹੈ ਉਹ ਤਾਂ ਐਮਬੈਸੀ ਦਾ ਹੈ, ਉਸ ਦੇ ਵਿੱਚ ਕੋਈ ਰੋਲ ਪਲੇ ਨਹੀਂ ਹੈ, ਨਾ ਤਾਂ VFS ਉਹਦੇ ਵਿੱਚ ਕੋਈ ਰੋਲ ਪਲੇ ਕਰਦਾ ਹੈ, ਨਾ ਕੋਈ ਹੋਰ ਥਰਡ ਪਾਰਟੀ ਉਹਦੇ ਵਿੱਚ ਰੋਲ ਪਲੇ ਕਰ ਸਕਦੀ ਹੈ। ਇਸ ਵਾਸਤੇ ਕਿਸੇ ਵੀ ਥਰਡ ਪਾਰਟੀ ਕੋਲ ਜਾ ਕੇ ਇਸ ਤਰੀਕੇ ਦੇ ਅਸ਼ੋਰੈਂਸ ਲੈਣਾ ਕਿ ਤੁਸੀਂ ਸਾਡੇ ਥਰੂ ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਹੋ ਜਾਏਗਾ, ਇਹ ਕੰਪਲੀਟਲੀ ਇਸ ਟ੍ਰੈਪ ਵਿੱਚ ਨਹੀਂ ਫਸਣਾ ਚਾਹੀਦਾ ਲੋਕਾਂ ਨੂੰ। ਇਹ ਬਿਲਕੁਲ ਅਨਟਰੂ ਹੈ, ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਕਿਸੇ ਦਾ। ਇਸ ਕੰਪਲੀਟਲੀ ਵੀਜ਼ਾ ਇਸ਼ੂਇੰਗ ਪ੍ਰੋਸੈਸ ਜੋ ਹੈ ਐਮਬੈਸੀ ਦੇ ਕੰਟਰੋਲ ਵਿੱਚ ਹੈ, ਡਿਪੈਂਡਿੰਗ ਉਹਨਾਂ ਦਾ ਡਿਸਕ੍ਰਿਸ਼ਨ, ਤੁਹਾਡੇ ਡਾਕੂਮੈਂਟੇਸ਼ਨ, ਐਪਲੀਕੇਸ਼ਨ, ਤੁਹਾਡਾ ਟਰੈਕ ਰਿਕਾਰਡ, ਉਸ ਦੇ ਬੇਸਿਸ ਤੇ ਐਮਬੈਸੀ ਇੱਕ ਡਿਸੀਜਨ ਲੈਂਦੀ ਹੈ। VFS ਕੀ ਕਰਦਾ ਹੁਣ ਤੁਸੀਂ VFS ਦਾ ਅਗਰ ਰੋਲ ਇਹਦੇ ਦੇਖੋਗੇ, ਅਸੀਂ ਤਾਂ ਸੋਸ਼ਲ ਮੀਡੀਆ ਦੇ ਥਰੂ ਵੀ ਤੇ ਬਾਕੀ ਚੈਨਲ ਦੇ ਥਰੂ ਜਿਵੇਂ ਅਸੀਂ ਇਹ ਡਿਸਕਸ਼ਨ ਕਰ ਰਹੇ ਹਾਂ, ਅਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ ਕਿ ਤੁਸੀਂ ਬੜਾ ਸਿੰਪਲ ਪ੍ਰੋਸੀਜਰ ਹੈ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿਸੇ ਕੋਲ ਜਾਣ ਦੀ। VFS ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਬੜੀ ਕਲੀਅਰ ਐਕਸਪਲੇਨ ਕੀਤੀ ਹੋਈ ਹੈ, ਤੁਸੀਂ ਉੱਥੋਂ ਦੇਖ ਕੇ ਆਪਣਾ ਐਪਲੀਕੇਸ਼ਨ ਰੈਡੀ ਕਰ ਸਕਦੇ ਹੋ, ਕੀ ਡਾਕੂਮੈਂਟਸ ਕਿਸ ਕੈਟੇਗਰੀ ਨੂੰ ਚਾਹੀਦੇ ਨੇ ਉਹ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ। ਅਗਰ ਉੱਥੋਂ ਵੀ ਤੁਹਾਨੂੰ ਕਲੀਅਰ ਨਹੀਂ ਹੋਇਆ, ਫੋਰ ਐਗਜ਼ਾਮਪਲ ਕੋਈ ਐਸਾ ਐਪਲੀਕੈਂਟ ਹੈ ਜੋ ਫ੍ਰੈਂਡਲੀ ਨਹੀਂ ਹੈ ਵੈਬ ਦੇ, ਉਹ ਕਾਲ ਸੈਂਟਰ ਨੂੰ ਫੋਨ ਕਰ ਸਕਦੇ। ਸਾਡੇ ਕਾਲ ਸੈਂਟਰ ਹੈ ਜਿੱਥੇ ਤੁਸੀਂ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਸਮਝ ਸਕਦੇ ਹੋ। ਉਸ ਤੋਂ ਬਾਅਦ ਵੀ ਅਗਰ ਤੁਹਾਡਾ ਕਾਲ ਸੈਂਟਰ ਤੇ ਵੈਬਸਾਈਟ ਦੇ ਇਨਫੋਰਮੇਸ਼ਨ ਦੇ ਨਾਲ ਵੀ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੋਇਆ ਹੈ ਤੇ ਤੁਹਾਡੇ ਕੋਲ ਆਲਵੇਜ਼ ਪੋਸਿਬਿਲਿਟੀ ਹੈ ਕਿ ਤੁਸੀਂ ਵਾਕ ਇਨ ਕਰ ਸਕਦੇ ਹੋ ਸਾਡੇ ਸੈਂਟਰ ਵਿੱਚ ਤੇ ਉੱਥੇ ਜਾ ਕੇ ਤੁਸੀਂ ਸਿੰਪਲੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਲੋਕੀ ਨੂੰ ਇਸ ਮੀਡੀਅਮ ਦੇ ਥਰੂ ਜ਼ਰੂਰ ਕਹੂੰਗਾ, ਡੋਂਟ ਫਾਲ ਫॉर ਦ ਟ੍ਰੈਪ, ਕਿਉਂਕਿ ਇਹ ਫੇਕ ਡਾਕੂਮੈਂਟੇਸ਼ਨ ਦਾ ਜੋ ਅਗਰ ਸਿਨੈਰੀਓ ਵਿੱਚ ਕੋਈ ਵੀ ਐਪਲੀਕੈਂਟ ਫਸ ਜਾਂਦਾ, ਉਹ ਬੜਾ ਮੁਸ਼ਕਿਲ ਹੋ ਜਾਂਦਾ ਉਸ ਤੋਂ ਨਿਕਲਣਾ, ਕਿਉਂਕਿ देयर इज नो ਜਸਟੀਫਿਕੇਸ਼ਨ ਫॉर ਇਟ। द प्रोसेस आउटसोर्सिंग ਨਾਲ ਜੋ ਪ੍ਰੋਸੈਸ ਹੋਇਆ ਹੋਰ ਸਿੰਪਲੀਫਾਈਡ ਹੋ ਗਿਆ। ਆਲ ਯੂ ਨੀਡ ਟੂ ਡੂ ਇਜ਼ www.vfsglobal.com, ਉੱਥੇ ਜਾ ਕੇ ਤੁਸੀਂ ਰਿਸਪੈਕਟਿਵ ਕੰਟਰੀ ਚੂਜ਼ ਕਰਦੇ ਹੋ, ਆਪਣੀ ਲੋਕੇਸ਼ਨ ਚੂਜ਼ ਕਰਦੇ ਹੋ ਤੇ ਕੈਟੇਗਰੀ ਚੂਜ਼ ਕਰਦੇ ਹੋ, ਤੇ ਉਸ ਤੋਂ ਬਾਅਦ ਪੂਰੀ ਲਿਸਟ ਤੁਹਾਡੇ ਸਾਹਮਣੇ ਆ ਜਾਂਦੀ ਹੈ। ਉਹ ਲਿਸਟ ਜੋ ਹੈ ਉਹ ਐਮਬੈਸੀ ਨੇ ਬਣਾਈ ਹੈ, ਉਹ ਲਿਸਟ ਉਹਨਾਂ ਨੇ ਸਾਨੂੰ ਦਿੱਤੀ ਹੈ, ਅਸੀਂ ਨਹੀਂ ਬਣਾਈ। ਉਹ ਰਿਕੁਆਇਰਮੈਂਟਸ ਐਮਬੈਸੀ ਨੇ ਬਣਾਈ ਹੈ, ਤੁਸੀਂ ਉਹ ਰਿਕੁਆਇਰਮੈਂਟ ਅਗਰ ਫੋਲੋ ਕਰ ਰਹੇ ਹੋ ਤੇ ਤੁਸੀਂ ਆਪਣੇ ਹਿਸਾਬ ਨਾਲ ਤੁਹਾਡੀ ਐਪਲੀਕੇਸ਼ਨ ਕੰਪਲੀਟ ਹੈ ਤਾਂ ਪ੍ਰੋਸੈਸਿੰਗ ਤੁਹਾਡੀ ਹੋਪਫੁਲੀ ਸਮੂਥੀ ਹੋਏਗੀ। ਜੀ, ਜੇ ਕਿਸੇ ਨੇ ਵੀਜ਼ਾ ਐਪਲੀਕੇਸ਼ਨ ਲਗਾਉਣੀ ਆ, ਹੁਣ ਟਰੈਵਲ ਸੀਜ਼ਨ ਬਿਜ਼ੀ ਆ, ਐਮਬੈਸੀਜ਼ ਬਿਜ਼ੀ ਨੇ, ਸਟਾਫ ਸ਼ਾਰਟੇਜ ਦੁਨੀਆ ਭਰ ਦੇ ਵਿੱਚ ਫੈਲੀ ਹੋਈ ਆ, ਆਈ ਗੈਸ ਐਮਬੈਸੀਜ਼ ਵੀ ਵੱਖੋ ਵੱਖਰੇ ਮੁਲਕਾਂ ਦੀਆਂ ਉਸ ਚੀਜ਼ ਤੋਂ ਇਮਿਊਨ ਨਹੀਂ ਹੈਗੀਆਂ। ਜੇ ਕਿਸੇ ਨੇ ਆਪਣੀ ਐਪਲੀਕੇਸ਼ਨ ਲਗਾਈ ਹੈ ਵੀਜ਼ਾ ਵਾਸਤੇ, ਵਾਟ ਆਰ ਦ ਥਿੰਗਸ ਦੈਟ ਦੇ ਕੈਨ ਡੂ ਕਿ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਕੋਈ ਅੜਚਨ ਨਾ ਆਵੇ? ਸਮ ਟਿਪਸ ਦੈਟ ਯੂ ਕੈਨ ਸ਼ੇਅਰ। ਐਬਸੋਲੂਟਲੀ। ਤੇ ਅਗੇਨ ਇਹ ਇੱਕ ਐਸਾ ਕੁਐਸਚਨ ਹੈ ਵਿਜੇ ਜੋ ਕਾਫੀ ਲੋਕੀ ਦੇ ਦਿਮਾਗ ਵਿੱਚ ਰਹਿੰਦਾ ਹੈ ਬਿਫੋਰ ਦੇ ਅਪਲਾਈ ਫॉर ਦ ਵੀਜ਼ਾ। ਨਾਓ ਇਹਦੇ ਦੋ ਫੈਕਟਰ ਹੈ ਇਹਦੇ ਵਿੱਚ। ਪਹਿਲਾ ਫੈਕਟਰ ਤਾਂ ਕੀ ਹੈ ਜੋ ਅਸੀਂ ਸਟਰੋਂਗਲੀ ਰਿਕਮੈਂਡ ਕਰਨੇ ਆ, ਅਗੇਨ ਅਸੀਂ ਸੋਸ਼ਲ ਮੀਡੀਆ ਤੇ ਬਾਕੀ ਚੀਜ਼ਾਂ ਤੋਂ ਵੀ ਐਜੂਕੇਟ ਕਰਨੇ ਆ ਆਪਣੇ ਐਪਲੀਕੈਂਟਸ ਨੂੰ ਕਿ ਆਲਵੇਜ਼ ਇਫ ਪੋਸੀਬਲ ਪਲਾਨ ਯੂਰ ਟਰੈਵਲ ਇਨ ਐਡਵਾਂਸ। ਇਸ ਤੁਹਾਡੀ ਚੀਜ਼ ਨੂੰ, ਇਸ ਪ੍ਰੋਸੈਸ ਨੂੰ ਕਾਫੀ ਕੰਟਰੋਲ ਵਿੱਚ ਲਿਆਏਗਾ, ਬਿਕੋਜ਼ ਅਗਰ ਤੁਸੀਂ ਪਲਾਨ ਯੂਰ ਟਰੈਵਲ ਇਨ ਐਡਵਾਂਸ ਕਰਦੇ ਹੋ, ਇਸ ਦੇ ਨਾਲ ਤੁਹਾਨੂੰ ਪਤਾ ਹੈ ਅਗਰ ਤਾਂ ਤੁਹਾਡਾ ਲੈਜਰ ਟ੍ਰਿਪ ਹੈ ਤੇ ਤੁਸੀਂ ਪਲਾਨ ਕਰਕੇ ਜਾ ਰਹੇ ਹੋ, ਨੈਚੁਰਲੀ ਤੁਸੀਂ ਆਪਣੇ ਸਕੂਲ ਦੀ ਹੌਲੀਡੇਜ਼ ਜਾਂ ਆਫਿਸ ਦੀ ਹੌਲੀਡੇਜ਼ ਅਕੋਰਡਿੰਗਲੀ ਪਲਾਨ ਕਰਕੇ ਤੁਸੀਂ ਕਰ ਰਹੇ ਹੋ, ਤਾਂ ਤੁਸੀਂ ਵੀਜ਼ਾ ਨੂੰ ਵੀ ਐਡਵਾਂਸ ਪਲਾਨ ਕਰੋ, ਡੋਂਟ ਲੀਵ ਇਟ ਫॉर द ਲਾਸਟ ਮੋਮੈਂਟ। ਉਹਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਸਪੈਸ਼ਲੀ ਇਨ ਦਾ ਹਾਈ ਸੀਜ਼ਨ, ਸਮਰ ਸੀਜ਼ਨ ਹੈ ਜਾਂ ਕ੍ਰਿਸਮਸ ਸੀਜ਼ਨ ਹੈ, ਜਦ ਛੁੱਟੀਆਂ ਹੋ ਜਾਂਦੀਆਂ ਸਕੂਲ ਦੀ, ਆਫਿਸ ਤੋਂ ਲੋਕ ਬ੍ਰੇਕ ਲੈ ਰਹੇ, ਉਹ ਵਰਕਲੋਡ ਆਂਦਾ ਹੀ ਆਂਦਾ ਹੈ। ਡੈਫੀਨੇਟਲੀ ਐਮਬੈਸੀਜ਼ ਦੇ ਐਂਡ ਦੇ ਵੀ ਉਹ ਵਰਕਲੋਡ ਆਏਗਾ,
ਤੇ ਤੁਹਾਡਾ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋਣ ਦਾ ਰਿਸਕ ਉਹਦੇ ਵਿੱਚ ਰਹਿੰਦਾ ਹੈ। ਅਗਰ ਤੁਸੀਂ ਪਲਾਨ ਇਨ ਐਡਵਾਂਸ ਕਰਦੇ ਹੋ, ਇਹਦਾ ਮਤਲਬ ਤੁਸੀਂ ਪ੍ਰੋਸੈਸਿੰਗ ਟਾਈਮ ਚੈੱਕ ਕਰ ਸਕਦੇ ਹੋ, ਪਹਿਲੇ 3 ਹਫ਼ਤੇ ਲੱਗ ਰਹੇ ਆ, 2 ਹਫ਼ਤੇ ਲੱਗ ਰਹੇ ਆ, 4 ਹਫ਼ਤੇ ਲੱਗ ਰਹੇ ਆ, ਅਕੋਰਡਿੰਗਲੀ ਤੁਸੀਂ ਅਪਲਾਈ ਕਰੋ। ਦੈਟ ਸਟੈਪ ਨੰਬਰ 1। ਇਟ ਇਜ਼ ਆਲਸੋ ਇਕਨੋਮਿਕਲ, ਕੋਸਟ ਇਫੈਕਟਿਵ ਵੀ ਹੈ। ਤੁਸੀਂ ਆਪਣੀ ਹੋਟਲ ਬੁਕਿੰਗ ਐਡਵਾਂਸ ਸੇ ਕਰ ਰਹੇ ਹੋ, ਤੁਹਾਨੂੰ ਬੈਟਰ ਰੇਟਸ ਮਿਲਣਗੇ। ਫਲਾਈਟ ਟਿਕਟਸ ਐਡਵਾਂਸ ਸੇ ਕਰ ਰਹੇ ਹੋ, ਤੁਹਾਨੂੰ ਬੈਟਰ ਰੇਟਸ ਮਿਲਣਗੇ। ਨਾਟ ਲੀਵ ਦ ਲਾਸਟ ਮੋਮੈਂਟ। ਆਫ ਕੋਰਸ ਐਮਰਜੈਂਸੀਜ਼ ਆਰ ਅਸਾਈਡ। ਦੂਜਾ ਫੈਕਟਰ ਜੋ ਹੈ, ਤੁਸੀਂ ਇਨਸ਼ੋਰ ਕਰੋ ਬਿਫੋਰ ਯੂ ਅਪਲਾਈ ਫॉर ਐਪਲੀਕੇਸ਼ਨ ਕਿ ਤੁਹਾਡਾ ਡਾਕੂਮੈਂਟੇਸ਼ਨ ਜੋ ਹੈ ਚੈੱਕਲਿਸਟ ਦੇ ਅਕੋਰਡਿੰਗਲੀ ਕੰਪਲੀਟ ਹੈ। VFS ਦੀ ਵੈਬਸਾਈਟ ਤੇ ਤੁਹਾਨੂੰ ਹਰ ਕੈਟਾਗਰੀ ਦੀ ਚੈੱਕਲਿਸਟ ਮਿਲੇਗੀ ਜੋ ਤੁਸੀਂ ਫ੍ਰੀ ਹੈ ਡਾਊਨਲੋਡ ਕਰ ਸਕਦੇ ਹੋ। ਉਹਦੇ ਅੰਦਰ ਸਾਰੀ ਡਿਟੇਲ ਦਿੱਤੀ ਹੈ। ਅਗਰ ਤੁਸੀਂ ਬਿਜ਼ਨਸ ਟਰੈਵਲਰ ਹੋ ਤਾਂ ਕੀ ਡਾਕੂਮੈਂਟ ਲਗਾਣੇ ਹੈ, ਅਗਰ ਤੁਸੀਂ ਟੂਰਿਸਟ ਜਾ ਰਹੇ ਹੋ ਤਾਂ ਕੀ ਡਾਕੂਮੈਂਟਸ ਲਗਾਣੇ ਹੈ, ਸਟੂਡੈਂਟ ਜਾ ਰਹੇ ਹੋ ਤਾਂ ਕੀ ਡਾਕੂਮੈਂਟਸ ਲਗਾਣੇ ਹੈ। ਇਨਸ਼ੋਰ ਕਰੋ ਕਿ ਤੁਸੀਂ ਐਪਲੀਕੇਸ਼ਨ ਦੇ ਵਿੱਚ ਕੰਪਲੀਟ ਡਾਕੂਮੈਂਟ ਸੈੱਟ ਦੇ ਰਹੇ ਹੋ ਅਲੋਂਗ ਵਿਦ ਦ ਐਪਲੀਕੇਸ਼ਨ, ਕਿਉਂਕਿ ਹੋ ਕੇ ਰਹੀ ਹੈ ਨਾ ਜੋ ਵੀਜ਼ਾ ਆਫੀਸਰ ਡਿਸਾਈਡ ਕਰ ਰਿਹਾ ਹੈ, ਤੁਸੀਂ ਉਸ ਦੇ ਸਾਹਮਣੇ ਨਹੀਂ ਬੈਠੇ ਹੋ। He's not talking to you. ਉਹ ਤੁਹਾਡੇ ਨਾਲ ਗੱਲ ਕਰ ਰਿਹਾ ਥਰੂ ਡਾਕੂਮੈਂਟਸ। ਤਾਂ ਕੰਪਲੀਟ ਪਿਕਚਰ ਜੋ ਹੈ ਤੁਸੀਂ ਆਰਟੀਕੂਲੇਟ ਕਰਨੀ ਹੈ ਡਾਕੂਮੈਂਟਸ ਦੇ ਥਰੂ। ਅਗਰ ਤੁਹਾਡੀ ਡਾਕੂਮੈਂਟਸ ਮਿਸਿੰਗ ਹੈ ਤਾਂ ਡੈਫੀਨਿਟਲੀ ਲਾਈਕਲੀਹੁਡ ਹੈ ਕਿ ਉਹ ਤੁਹਾਨੂੰ ਫਿਰ ਸਵਾਲ ਪੁੱਛੇਗਾ, ਤੁਹਾਡੇ ਕੋਲ ਟੂ ਐਂਡ ਫਰੋ ਹੋਏਗਾ, ਉਹਦਾ ਟਾਈਮ ਜ਼ਿਆਦਾ ਜਾਏਗਾ। ਇਨ ਦਾ ਵਰਸਟ ਕੇਸ ਸਿਨੈਰੀਓ ਰਿਜੈਕਟ ਵੀ ਹੋ ਸਕਦਾ ਹੈ, ਠੀਕ ਹੈ, ਅਗਰ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੈ ਤਾਂ। ਅਗਰ ਤੁਹਾਡੀ ਡਾਕੂਮੈਂਟੇਸ਼ਨ ਕੰਪਲੀਟ ਹੈ ਤਾਂ ਚਾਂਸਸ ਆਰ ਕੁਆਇਟ ਹਾਈ ਕਿ ਤੁਹਾਡਾ ਪ੍ਰੋਸੈਸਿੰਗ ਜੋ ਹੈ ਉਹ ਪਹਿਲੇ ਸ਼ਾਰਟ ਵਿੱਚ ਹੀ ਹੋ ਜਾਂਦਾ ਹੈ ਤੇ ਹੀ ਇਜ਼ ਏਬਲ ਟੂ ਡਿਸਾਈਡ ਬਿਕੋਜ਼ ਸਾਰੀ ਇਨਫੋਰਮੇਸ਼ਨ ਉਹਨਾਂ ਦੇ ਸਾਹਮਣੇ ਹੈ ਟੇਬਲ ਤੇ। ਤੇ ਦੋ ਫੈਕਟਰਸ ਬੜੇ ਜ਼ਰੂਰੀ ਹੈ, ਪਲਾਨ ਇਨ ਐਡਵਾਂਸ ਐਂਡ ਕੰਪਲੀਟ ਡਾਕੂਮੈਂਟੇਸ਼ਨ। ਇਹ ਦੋ ਫੈਕਟਰ ਅਗਰ ਤੁਸੀਂ ਕੰਟਰੋਲ ਕਰ ਰਹੇ ਹੋ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਤਕਰੀਬਨ ਤੁਹਾਡੇ ਕੰਟਰੋਲ ਵਿੱਚ ਰਹੇਗਾ। ਜੀ ਅੱਛਾ, ਜਿਹੜੀ ਕੋਈ ਫੀ ਵਗੈਰਾ ਅਦਾ ਕਰਨੀ ਹੁੰਦੀ ਹੈ ਜੀ ਫॉर द ਵੀਜ਼ਾ ਪ੍ਰੋਸੈਸਿੰਗ, ਉਹ ਐਗਜ਼ੈਕਟ ਡਾਲਰ ਅਮਾਊਂਟ ਹੋਣਾ ਚਾਹੀਦਾ? ਸਰ ਇਹਦੇ ਚ ਕੀ ਹੁੰਦੇ, ਦੋ ਫੈਕਟਰ ਹੈਗੇ, ਇੱਕ ਤਾਂ ਵੀਜ਼ਾ ਫੀ ਹੈ, ਇੱਕ ਸਰਵਿਸ ਫੀ ਹੈ। ਰਾਈਟ। ਵੀਜ਼ਾ ਫੀ ਜੋ ਹੁੰਦੀ ਹੈ ਉਹ ਫਿਕਸ ਹੁੰਦੀ ਹੈ, ਠੀਕ ਹੈ, ਉਹਨੂੰ ਅਸੀਂ ਨਾ ਤਾਂ ਜ਼ਿਆਦਾ ਲੈ ਸਕਦੇ ਹਾਂ ਨਾ ਉਸ ਤੋਂ ਘੱਟ ਲੈ ਸਕਦੇ ਹਾਂ, ਕਿਉਂਕਿ ਦ ਸੇਮ ਅਮਾਊਂਟ ਗੋਸ ਟੂ ਦ ਐਮਬੈਸੀ। ਕਰੈਕਟ, ਠੀਕ ਹੈ। ਸਰਵਿਸ ਫੀ ਵੀ ਸੇਮ ਹੁੰਦਾ ਹੈ, ਜੋ VFS ਦਾ ਸਰਵਿਸ ਫੀ ਹੁੰਦਾ ਫॉर ਐਗਜ਼ਾਮਪਲ, ਉਹ ਵੀ ਜੋ ਹੈ ਰੈਗੂਲੇਟਿਡ ਹੈ। ਉਹ ਐਂਦਾ ਨਹੀਂ ਹੈ ਕਿ VFS ਕੁਝ ਵੀ ਅਮਾਊਂਟ ਚਾਰਜ ਕਰ ਸਕਦਾ ਹੈ, ਉਹ ਵੀ ਐਜ਼ ਪਰ ਦ ਕੰਟਰੈਕਟ ਵਿਦ ਦ ਰਿਸਪੈਕਟਿਵ ਐਮਬੈਸੀ ਡਿਸਾਈਡ ਹੁੰਦਾ ਹੈ। ਇਸ ਵਾਸਤੇ ਜੋ ਅਮਾਊਂਟ ਹੈ ਉਹ ਐਗਜ਼ੈਕਟ ਲਿਆ ਜਾਂਦਾ ਹੈ, ਨਾ ਉੱਤੇ ਨਾ ਥੱਲੇ। VFS ਤੇ ਸੈਂਟਰ ਅਗਰ ਤੁਸੀਂ ਜਾਓਗੇ ਤੁਹਾਨੂੰ ਪ੍ਰੋਪਰ ਰਿਸੀਟ ਮਿਲੇਗੀ ਹਰ ਸਰਵਿਸ ਦੀ, ਤੇ ਉਸ ਸਰਵਿਸ ਦਾ ਅਮਾਊਂਟ ਉਹਦੇ ਉੱਤੇ ਰਿਸੀਟ ਦੇ ਉੱਤੇ ਮੈਂਸ਼ਨ ਰਹਿੰਦਾ ਹੈ। ਉਹੀ ਅਮਾਊਂਟ ਤੁਹਾਨੂੰ ਵੈਬਸਾਈਟ ਤੇ ਮਿਲੇਗਾ, ਉਹੀ ਅਮਾਊਂਟ ਤੁਸੀਂ ਕਾਲ ਸੈਂਟਰ 'ਤੇ ਕਾਲ ਕਰੋਗੇ ਤਾਂ ਸੇਮ ਇਨਫੋਰਮੇਸ਼ਨ ਵਿਲ ਬੀ ਗਿਵਨ ਐਜ਼ ਵੈਲ। ਅੱਛਾ, ਇੱਕ ਚੀਜ਼ ਇਹ ਦੱਸਿਓ ਜੀ, ਕੁਛ ਨਾ ਜਿਹੜੇ ਆਪਰੇਸ਼ਨਲੀ ਕਈ ਵਾਰੀ ਸੁਣਨ ਵਾਲਿਆਂ ਤੋਂ ਜਿਹੜੀ ਫੀਡਬੈਕ ਸੁਣਨ ਨੂੰ ਮਿਲਦੀ ਆ, ਉਹਦੇ ਵਿੱਚ ਇੱਕ ਤਾਂ ਗੱਲ ਇਹ ਆਉਂਦੀ ਆ ਵੀ ਕਈ ਵਾਰੀ ਨਾ ਕੋਈ ਡਾਕੂਮੈਂਟੇਸ਼ਨ ਲੈ ਕੇ ਗਏ, ਉਹਦੇ ਵਿੱਚ ਕਿਸੇ ਚੀਜ਼ ਦੀ ਫੋਟੋਕਾਪੀ ਦੀ ਘਾਟ ਸੀ ਜਾਂ ਕੋਈ ਡਾਕੂਮੈਂਟ ਦੀ ਇਸ ਤਰ੍ਹਾਂ ਮੁਸ਼ਕਲ ਸੀ, ਫਿਰ ਕਈ ਵਾਰੀ ਤੇ ਸਟਾਫ ਮੈਂਬਰਸ ਅਕੋਮੋਡੇਟ ਕਰ ਲੈਂਦੇ ਨੇ। ਆਈ ਐਮ ਨਾਟ ਸੇਇੰਗ ਕਿ ਹਮੇਸ਼ਾ ਵਾਪਸ ਮੋੜ ਦਿੱਤਾ ਜਾਂਦਾ। ਦੇਅਰ ਹੈਵ ਬੀਨ ਇੰਸਟੈਂਸਿਸ ਸਟਾਫ ਮੈਂਬਰ ਕਹਿੰਦੇ ਨੇ ਕੋਈ ਨਹੀਂ, ਤੁਹਾਡੇ ਫਲਾਣੇ ਡਾਕੂਮੈਂਟ ਦੀ ਕਾਪੀ ਮੈਂ ਬੈਕ ਆਫਿਸ ਤੋਂ ਕਰਕੇ ਲਿਆ ਦਿੰਦੇ ਆ। ਕਈ ਵਾਰੀ ਆਫ ਕੋਰਸ ਬਿਜ਼ੀ ਆ ਤੇ ਸਟਾਫ ਮੈਂਬਰ ਕੋਲ ਨਹੀਂ ਸਮਾਂ ਹੁੰਦਾ। ਜਿਹੜਾ ਵਿਅਕਤੀ ਪਹਿਲਾਂ ਲੰਬਾ ਸਮਾਂ ਇੰਤਜ਼ਾਰ ਕਰਕੇ ਹੁਣ ਆਪਣੀ ਅਪਾਇੰਟਮੈਂਟ ਵਾਸਤੇ ਪਹੁੰਚਿਆ, ਕਾਊਂਟਰ ਤੇ ਪਹੁੰਚਿਆ, ਕਹਿੰਦੇ ਫਲਾਣਾ ਡਾਕੂਮੈਂਟ ਮਿਸਿੰਗ ਹੈ, ਇਹਦੀ ਕਾਪੀ ਕਰਕੇ ਲਿਆਓ, ਹੁਣ ਵਾਪਸ ਜਾਣਗੇ, ਦੁਬਾਰਾ ਆਉਣਗੇ, ਖੱਜਲ ਖੁਆਰੀ ਬਹੁਤ ਹੁੰਦੀ ਆ। Is there a way to address that? ਕਿ ਅਜਿਹਾ ਹੋ ਸਕਦਾ VFS ਆਫਿਸ ਦੇ ਵਿੱਚ ਹੀ ਇੱਕ ਪੇਡ ਪ੍ਰਿੰਟਰ ਲਗਾ ਦਿਓ, ਇੱਕ ਪੇਡ ਫੋਟੋਕਾਪੀ ਮਸ਼ੀਨ ਹੋਵੇ ਜਿਹਦੇ ਵਿੱਚ ਕਿ ਸੈਲਫ ਸਰਵ ਹੋਵੇ ਜਾਂ ਕੋਈ ਹੈਲਪਰ ਉੱਥੇ ਮੌਜੂਦ ਹੋਵੇ, ਸੋ ਦੈਟ ਉੱਥੇ ਹੀ ਔਨ ਦਾ ਸਪੌਟ ਉਹ ਜਿਹੜੀ ਪ੍ਰੋਬਲਮ ਆ ਰਿਜ਼ੋਲਵ ਹੋ ਸਕੇ ਜੀ। ਮੈਂ ਤੁਹਾਨੂੰ VFS ਦੇ ਸੈਂਟਰ ਦੇ ਬਾਰੇ 'ਚ ਕਨਫਰਮ ਕਰ ਸਕਦਾ। ਈਵਨ ਕੈਨੇਡਾ ਦੇ ਵਿੱਚ ਸਾਡੇ ਜਿਤਨੀ ਵੀ ਲੋਕੇਸ਼ਨ ਹੈ ਸਾਰੀ ਜਗ੍ਹਾ ਤੇ ਫੋਟੋਕਾਪੀ ਸਰਵਿਸਿਜ਼ ਅਵੇਲੇਬਲ ਹੈ as of today. Okay. VFS ਦੇ ਸੈਂਟਰ। And those are paid or are those paid or are those complimentary? ਇਹਦੇ ਵਿੱਚ ਵੀ ਕੀ ਹੁੰਦਾ, ਦੋ ਚੀਜ਼ਾਂ ਹੁੰਦੀਆਂ ਨੇ। ਹੁਣ ਕੁਝ ਗਵਰਨਮੈਂਟ ਨਾਲ ਸਾਡਾ ਅਗਰ ਟਾਈ ਅਪ ਹੈ ਤੇ ਅਸੀਂ ਕਮਿਟਮੈਂਟ ਦਿੱਤੀ ਹੈ ਕਿ ਫੋਟੋਕਾਪੀ ਸਰਵਿਸ ਫ੍ਰੀ ਰਹੇਗੀ, ਉਹ ਫ੍ਰੀ ਕਰ ਦਿੰਦੇ ਆ। ਤੇ ਜਿੱਥੇ ਆ ਕਿ ਉਹ ਟਾਈ ਅਪ ਕਮਿਟਮੈਂਟ ਨਹੀਂ ਹੈ ਉੱਥੇ ਉਹ ਚਾਰਜੇਬਲ ਆਪਸ਼ਨਲ ਸਰਵਿਸ ਹੁੰਦੀ ਹੈ। ਤੇ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਅਗਰ ਜਿੱਥੇ ਉਹ ਪੇਡ ਵੀ ਹੈ ਤਾਂ ਤੁਸੀਂ VFS ਦੇ ਸੈਂਟਰ ਤੋਂ ਹੀ ਕਰਾਣੀ ਹੈ, ਤੁਸੀਂ ਕਿੱਥੋਂ ਹੋਰ ਵੀ ਕਰਾ ਸਕਦੇ ਹੋ ਅਗਰ ਤੁਹਾਡੀ ਇੱਛਾ ਹੈ ਤਾਂ। ਤੇ ਉਸ ਤੋਂ ਇਲਾਵਾ ਜਿੱਥੇ ਫ੍ਰੀ ਪੋਸੀਬਿਲਿਟੀ ਵੀ ਹੈ, ਕਾਫੀ ਕੰਟਰੀਆਂ ਵਾਸਤੇ ਅਸੀਂ ਫ੍ਰੀ ਵੀ ਆਫਰ ਕਰਨੇ ਹੈ ਕਿ ਅਗਰ ਤੁਹਾਡਾ ਕੋਈ ਡਾਕੂਮੈਂਟੇਸ਼ਨ ਮਿਸਿੰਗ ਹੈ ਤਾਂ ਉਹਦੇ ਵਿੱਚ ਅਸੀਂ ਫ੍ਰੀ ਫੋਟੋਕਾਪੀ ਸਰਵਿਸ ਵੀ ਦਿੰਦੇ ਹਾਂ। ਇਹ ਜ਼ਰੂਰ ਹੈ ਕਿ ਅਸੀਂ ਡੈਫੀਨੇਟਲੀ ਇੱਕ ਵਾਰੀ ਤਾਂ ਐਪਲੀਕੈਂਟ ਨੂੰ ਜ਼ਰੂਰ ਦੱਸਦੇ ਹਾਂ ਕਿ ਤੁਸੀਂ ਇਹ ਡਾਕੂਮੈਂਟ ਲਿਆਓ, ਕਿਉਂਕਿ ਅਗਰ ਤੁਸੀਂ ਸਬਮਿਟ ਕਰਦੇ ਹੋ ਵਿਦਾਊਟ ਦੈਟ ਡਾਕੂਮੈਂਟ ਨਾ, ਉਹਦਾ ਇੱਕ ਨੈਗੇਟਿਵ ਇੰਪੈਕਟ ਆ ਸਕਦਾ ਉਸ ਐਪਲੀਕੇਸ਼ਨ ਤੇ। ਉਹ ਐਪਲੀਕੇਸ਼ਨ ਡਿਲੇ ਹੋ ਸਕਦੀ ਹੈ, ਰਿਫਿਊਜ਼ ਹੋ ਸਕਦੀ ਹੈ, ਤੇ ਗੈਟਿੰਗ ਟੂ ਦੈਟ ਰਿਸਕ ਉਸ ਨਾਲ ਬੈਟਰ ਹੈ ਕਿ ਅਸੀਂ ਐਪਲੀਕੈਂਟ ਨੂੰ ਦੱਸ ਦੇਈਏ ਕਿ ਤੁਸੀਂ ਇਹ ਫੋਟੋਕਾਪੀ ਲਿਆਓ ਬਿਕਾਜ਼ ਤੁਹਾਡਾ ਇਹ ਡਾਕੂਮੈਂਟ ਪਾਰਟਿਕੂਲਰਲੀ ਮਿਸਿੰਗ ਹੈ। ਅਗਰ ਤੁਸੀਂ ਇਹ ਡਾਕੂਮੈਂਟ ਨਹੀਂ ਲਾਓਗੇ ਤਾਂ ਤੁਹਾਡਾ ਐਪਲੀਕੇਸ਼ਨ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋ ਸਕਦਾ ਹੈ ਜਾਂ ਵਰਸਟ ਕੇਸ ਸਿਨੈਰੀਓ ਤੁਸੀਂ ਨੈਗੇਟਿਵ ਡਿਸੀਜਨ ਵੀ ਆ ਸਕਦਾ ਹੈ। ਤਾਂ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਡੈਫੀਨੇਟਲੀ ਇਹ ਪਰਸਪੈਕਟਿਵ ਰੱਖਿਆ ਜਾਂਦਾ ਹੈ ਜੀ। ਅੱਛਾ, ਇਹ ਦੱਸਿਓ ਹੁਣ ਜਿਸ ਹਿਸਾਬ ਨਾਲ ਬੜੀ ਤੇਜ਼ੀ ਨਾਲ ਟੈਕਨੋਲੋਜੀ ਦੇ ਵਿੱਚ ਬੜੀ ਹੁਣ ਥਿੰਗਸ ਆਰ ਗਰੋਇੰਗ ਲੀਪਸ ਐਂਡ ਬਾਉਂਡਸ ਐਂਡ ਲਾਈਕ ਯੂ ਸੇ ਕਿ VFS ਗਲੋਬਲ ਇਜ਼ ਅ ਟੈਕਨੋਲੋਜੀ ਕੰਪਨੀ, ਸੋ ਫਿਊਚਰ ਟ੍ਰੈਜੈਕਟਰੀ ਕੀ ਦੇਖ ਰਹੇ ਹੋ ਜੀ? ਕਿਉਂਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬੋਲਬਾਲਾ ਹੋ ਰਿਹਾ, ਇੰਪੈਕਟ ਕੀ ਹੋਏਗਾ ਇਹਨਾਂ ਚੀਜ਼ਾਂ ਦਾ ਵੀਜ਼ਾ ਪ੍ਰੋਸੈਸਿੰਗ ਤੇ ਐਪਲੀਕੇਸ਼ਨ ਵਾਲੇ ਪ੍ਰੋਸੈਸ ਦੇ ਉੱਪਰ? ਬਿਲਕੁਲ, ਇਹ ਜੋ ਤੁਸੀਂ ਫਿਰ ਜੋ ਕੁਐਸਚਨ
ਜੋ ਅਸੀਂ ਡਿਸਕਸ ਕਰ ਰਹੇ ਹਾਂ ਬੜਾ ਹੀ ਰੈਲੇਵੈਂਟ ਹੈ ਅੱਜ ਦੇ ਟਾਈਮ ਵਿੱਚ ਤੇ ਸਪੈਸ਼ਲੀ ਇਹ ਟੈਕਨੋਲੋਜੀਕਲ ਐਡਵਾਂਸਮੈਂਟ ਤਾਂ ਡੈਫੀਨਿਟਲੀ VFS ਦੇ DNA ਦੇ ਵਿੱਚ ਹੈ ਸਟਾਰਟਿੰਗ ਤੋਂ ਹੀ ਹੈ 2001 ਤੋਂ ਹੀ ਅਸੀਂ ਜਦ ਪ੍ਰੋਸੈਸ ਸਟਾਰਟ ਕੀਤਾ ਉਹ ਇਵੋਲਵ ਹੋਇਆ ਓਵਰ ਅ ਪੀਰੀਅਡ ਆਫ ਟਾਈਮ ਤੇ ਕਾਫੀ ਟੈਕਨੋਲੋਜੀਕਲ ਐਡਵਾਂਸਮੈਂਟ ਉਹਦੇ ਵਿੱਚ ਆਂਦੀ ਗਈ ਪਰ 2019 ਤੋਂ ਬਾਅਦ ਜੋ ਕੋਵਿਡ ਨੇ ਇੱਕ ਪੁਸ਼ ਦਿੱਤਾ ਹੈ ਨਾ ਟੈਕਨੋਲੋਜੀਕਲ ਚੇਂजेस ਨੂੰ ਕਿ ਇਨ ਪਰਸਨ ਜੋ ਕੰਟੈਕਟ ਖਤਮ ਹੋ ਗਿਆ ਤੁਹਾਡਾ ਤੁਸੀਂ ਲੋਕਾਂ ਨੂੰ ਮਿਲ ਨਹੀਂ ਸਕਦੇ ਕੋਈ ਤੁਹਾਡੇ ਸੈਂਟਰ ਹੀ ਨਹੀਂ ਆਏਗਾ ਤੁਹਾਡੇ 3000 ਸੈਂਟਰ ਸਾਡੇ ਤਾਂ ਉੱਥੇ ਹੈ ਜੋ ਬੰਦ ਹੋ ਗਏ ਫॉर ਅ ਲੌਂਗ ਪੀਰੀਅਡ ਆਫ ਟਾਈਮ ਠੀਕ ਹੈ ਉਸ ਦੇ ਨਾਲ ਇੱਕ ਜੋ ਪੁਸ਼ ਆਇਆ ਕਿ ਅਰਜੈਂਸੀ ਜੋ ਆਈ ਕਿ ਟੈਕਨੋਲੋਜੀਕਲ ਐਡਵਾਂਸਮੈਂਟ ਨੂੰ ਲੈ ਕੇ ਵੈਦਰ ਇਟ ਇਜ਼ ਇਨ ਟਰਮਸ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਵੇਂ ਤੇ ਅਸੀਂ ਵੀ ਅਲੱਗ-ਅਲੱਗ ਸੋਲੂਸ਼ਨਸ ਤੋਂ ਲੈ ਕੇ ਪੂਰਾ ਜੋ ਪ੍ਰੋਸੈਸ ਹੈ ਉਸ ਨੂੰ ਆਨਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਾਫੀ ਸਾਡਾ ਪ੍ਰੋਸੈਸ ਆਨਲਾਈਨ ਹੋ ਚੁੱਕਿਆ ਹੈ ਡਿਜੀਟਾਈਜ਼ਡ ਵੀ ਹੋ ਚੁੱਕਿਆ ਹੈ ਫॉर ਐਗਜ਼ਾਮਪਲ ਸਾਡੇ ਕਾਫੀ ਵੀਜ਼ਾ ਐਪਲੀਕੇਸ਼ਨਸ ਜੋ ਪ੍ਰੋਸੈਸ ਹੈ ਉਹਦੇ ਵਿੱਚ ਲੋਕੀ ਆਉਣ ਦੀ ਜ਼ਰੂਰਤ ਨਹੀਂ ਸਾਡੇ ਸੈਂਟਰ ਜੀ ਉਹ ਘਰੋਂ ਬੈਠ ਕੇ ਕਰ ਸਕਦੇ ਆ ਪੂਰਾ ਆਨਲਾਈਨ ਪ੍ਰੋਸੀਜਰ ਕਰਕੇ ਆਪਣੀ ਐਪਲੀਕੇਸ਼ਨ ਨੂੰ ਮੇਲ ਇਨ ਕਰ ਸਕਦੇ ਆ ਜੋ ਸਾਡੇ ਆਫਿਸ 'ਤੇ ਪਹੁੰਚ ਜਾਂਦੀ ਹੈ ਤੇ ਅਸੀਂ ਉਹਨੂੰ ਡਿਜੀਟਾਈਜ਼ਡ ਕਰਕੇ ਰਿਸਪੈਕਟਿਵ ਐਮਬੈਸੀਜ਼ ਨੂੰ ਭੇਜਨੇ ਆ ਡੈਫੀਨਿਟਲੀ ਜੋ ਟ੍ਰੈਜੈਕਟਰੀ ਇਸ ਦੀ ਹੈ ਵਿਜੇ ਜੀ ਇਹ ਡੈਫੀਨਿਟਲੀ ਕਾਫੀ ਤੇਜ਼ ਸਪੀਡ ਨਾਲ ਇਹ ਚੇਂजेस ਆਣਗੇ ਆਉਣ ਵਾਲੇ ਸਮੇਂ ਵਿੱਚ ਯੂ نو ਕਿਉਂਕਿ ਦਿਸ ਇਜ਼ ਦ ਵੇਅਰ ਦ ਵਰਲਡ ਇਜ਼ ਮੂਵਿੰਗ ਟੈਕਨੋਲੋਜੀਕਲ ਐਡਵਾਂਸਮੈਂਟ ਇਸ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਇਸ ਸਾਡੇ ਇੰਟਰਨਲ VFS ਵਿੱਚ ਪੂਰੀ ਇੱਕ ਯੂਨਿਟ ਹੈ ਜੋ ਟੈਕਨੋਲੋਜੀਕਲ ਐਡਵਾਂਸਮੈਂਟ ਦੀ ਟੀਮ ਕੰਮ ਕਰ ਰਹੀ ਹੈ ਉਸ ਦੇ ਉੱਤੇ ਅਸੀਂ ਫਿਊਚਰ ਰੈਡੀ ਜੋ ਆਰਗੇਨਾਈਜੇਸ਼ਨ ਨੂੰ ਬਣਾ ਰਹੇ ਹਾਂ ਸਾਡੇ ਕਾਫੀ ਸੋਲੂਸ਼ਨਸ ਹਨ ਚਾਹੇ ਉਹ ਲੀਡ ਪ੍ਰੋ ਹੋਵੇ ਜਾਂ ਆਨਲਾਈਨ ਅਪਾਇੰਟਮੈਂਟ ਸਿਸਟਮ ਹੋਵੇ ਮੋਬਾਈਲ ਐਪਲੀਕੇਸ਼ਨ ਹੋਵੇ MBS ਫॉर ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਇੱਥੇ ਮੋਬਾਈਲ ਬਾਇਓਮੈਟ੍ਰਿਕ ਹੈ ਜਿਵੇਂ ਤੁਸੀਂ ਸ਼ੈਂਗਨ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਬਾਇਓਮੈਟ੍ਰਿਕਸ ਡੇਟਾ ਦੇਣਾ ਪੈਂਦਾ ਆਪਣਾ ਐਨਰੋਲਮੈਂਟ ਆਫ ਫਿੰਗਰਪ੍ਰਿੰਟ ਐਂਡ ਲਾਈਵ ਫੋਟੋ ਰਾਈਟ ਇਹ ਅਸੀਂ ਸਾਡੇ ਕੋਲ ਸਰਵਿਸਿਜ਼ ਹੈ ਅਸੀਂ ਤੁਹਾਡੇ ਘਰੇ ਆ ਕੇ ਕਰ ਸਕਦੇ ਹਾਂ ਇਹ ਸਰਵਿਸ ਤੁਹਾਡੇ ਆਫਿਸ ਤੋਂ ਕਰ ਸਕਦੇ ਹਾਂ ਤੇ ਕਾਫੀ ਲੋਕੀ ਇਸ ਸਰਵਿਸ ਨੂੰ ਲੈਂਦੇ ਵੀ ਹੈ ਜੋ ਸਾਡੇ ਸੈਂਟਰ ਨਹੀਂ ਆਣਾ ਚਾਹੁੰਦੇ ਕਾਈਂਡ ਆਫ ਇੱਕ ਆਪਸ਼ਨਲ ਸਰਵਿਸ ਹੈ ਬਿਕੋਜ਼ ਯੂ ਪੇ ਐਕਸਟਰਾ ਫॉर दैट ਅਸੀਂ ਆਪਣੀ ਪੂਰੀ ਕਿਟ ਲੈ ਕੇ ਜੋ ਇੱਕ ਬੈਗ ਦੇ ਵਿੱਚ ਫਿਕਸ ਹੋ ਜਾਂਦੀ ਹੈ ਉੱਥੇ ਲੈ ਕੇ ਤੁਹਾਡੇ ਵਰਕ ਪਲੇਸ ਜਾਂ ਤੁਹਾਡੇ ਘਰ ਵਿੱਚ ਆ ਕੇ ਬਾਇਓਮੈਟ੍ਰਿਕ ਐਨਰੋਲਮੈਂਟ ਕਰ ਲੈਣੇ ਫਿੰਗਰਪ੍ਰਿੰਟ ਨੈਕਸਟ ਲੈਵਲ ਅਸੀਂ ਜਾ ਰਹੇ ਹਾਂ ਕਿ ਪੋਸੀਬਲੀ ਆਉਣ ਵਾਲੇ ਟਾਈਮ ਵਿੱਚ ਤੁਸੀਂ ਸ਼ਾਇਦ ਦੇਖੋਗੇ ਕਿ ਮੋਬਾਈਲ ਤੋਂ ਹੀ ਹੋ ਜਾਏ ਤੁਸੀਂ ਆਪਣੇ ਮੋਬਾਈਲ ਤੇ ਫਿੰਗਰਪ੍ਰਿੰਟ ਦੇ ਦਿਓ ਤੇ ਟ੍ਰਾਂਸਫਰ ਹੋ ਜਾਏ ਤਾਂ ਡੈਫੀਨਿਟਲੀ ਵੀ ਆਰ ਫੁੱਲੀ ਪ੍ਰੀਪੇਅਰਡ ਫॉर ਥੀਸ ਚੇਂजेस ਸੋ ਜੇ ਕਿਸੇ ਨੇ ਸ਼ੈਂਗਨ ਵੀਜ਼ਾ ਅਪਲਾਈ ਕਰਨਾ ਹੋਵੇ ਜੀ ਆਈਵ ਗਾਟ ਅ ਕੁਐਸਚਨ ਹੇਅਰ ਉਹ ਕਹਿੰਦੇ ਵੀ ਕਿਹੜੀ ਵੈਬਸਾਈਟ ਹੈ ਸੋ ਸਟਾਰਟ ਕਰਨ vfsglobal.ca www.vfsglobal.com ਜੀ ਸੋ ਉੱਥੋਂ ਉਹਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜਾ ਕੇ ਤੁਹਾਡੇ ਅਲੱਗ-ਅਲੱਗ ਡ੍ਰੌਪ ਡਾਊਨ ਮੈਨੂ ਤੁਹਾਨੂੰ ਦਿਖ ਜਾਣਗੇ ਕਿਸ ਕੰਟਰੀ ਵਾਸਤੇ ਤੇ ਕਿਸ ਲੋਕੇਸ਼ਨ ਤੋਂ ਤੁਸੀਂ ਅਪਲਾਈ ਕਰਨਾ ਹੈ ਦੈਨ ਯੂ ਵਿਲ ਬੀ ਡਾਇਰੈਕਟਡ ਔਨ ਦਾ ਰਿਸਪੈਕਟਿਵ ਲਿੰਕ ਜੀ ਅਮਿਤ ਕੁਮਾਰ ਸ਼ਰਮਾ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ ਬਾਏ ਬਾਏ